ਚੋਣਾਂ ਦੇ ਇਸ ਮਾਹੌਲ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਨੂੰ ਚੈਲੰਜ ਕਰਦੀ ਸਾਡੀ ਇੱਕ ਖਾਸ ਰਿਪੋਰਟ ਦਿਲ ਫੜ ਕੇ ਤੇ ਦਿਮਾਗ ਖੋਲ ਕੇ ਦੇਖਿਓ। ਹੋ ਸਕਦਾ ਹੈ ਤੁਹਾਡੀਆਂ ਰਗਾਂ ਦੇ ਵਿੱਚ ਦੌੜਨ ਵਾਲਾ ਲਹੂ ਜਿਹੜਾ ਚਿੱਟਾ ਹੋ ਗਿਆ ਹੈ ਉਹ ਲਾਲ ਹੋ ਜਾਵੇ ਅਤੇ ਤੁਹਾਡੇ ਡੋਲੇ ਪੰਜਾਬ ਬਚਾਉਣ ਦੇ ਲਈ ਫਰਕਣ ਲੱਗ ਪੈਣ। ਸਭ ਤੋਂ ਪਹਿਲੇ ਜ਼ਿੰਮੇਦਾਰ ਤੁਸੀਂ ਹੋ, ਦੂਸਰਾ ਜ਼ਿੰਮੇਦਾਰ ਕੌਣ ਹੈ? ਦੂਜਾ ਜ਼ਿੰਮੇਦਾਰ ਜੀ ਸਰਕਾਰਾਂ। ਅੱਜ ਦੇ ਟਾਈਮ 'ਚ ਮੰਨ ਕੇ ਚੱਲੋ ਮੰਡੀਰ ਨੂੰ ਕਿਸੇ ਨੂੰ ਟੌਪ ਤੇ ਲੈ ਕੇ ਆਉਣਾ ਜਾਂ ਉਹਦੇ ਮਗਰ ਗੈਂਗਸਟਰ ਲਾ ਦੇਣਾ। ਜਦੋਂ ਗੈਂਗਸਟਰ ਲੱਗ ਗਿਆ ਤਾਂ ਉਹਨਾਂ ਦਾ ਮਸਲਾ ਇਹ ਹੋ ਜਾਂਦਾ ਵੀ ਇਹ ਸਾਡੇ ਕੰਮ ਹੋ ਗਿਆ, ਇਹਨੂੰ ਖਤਮ ਕਰੋ। ਜਿਹੜੇ ਸਿਆਸਤਦਾਨਾਂ ਨੂੰ ਲੋੜ ਵੀ ਹੁੰਦੀ ਆ ਮੰਡੀਰ ਦੀ, ਵੋਟਾਂ ਵੇਲੇ ਪੈਂਦੀ ਹੈ। ਆ ਵੋਟਾਂ ਹੁਣ बड़ी हैरानी की गल है कि नशियां दा फैलाओ इस बार चोण मुद्दा ही नहीं है। जे नहीं है तो आखिर क्यों नहीं है? इसका जवाब आपां नूं ये रिपोर्ट देखण तो बाद शायद मिल जाऊगा। पिछले 5 साल नशियां दी खूब चर्चा होंदी रही। पिछली वारी 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਹੀ ਨਸ਼ੇ ਨੂੰ ਖਤਮ ਕਰਨ ਦੀ ਸਹੁੰ ਖਾ ਕੇ ਬਣਾਈ ਸੀ। ਕੈਪਟਨ ਨੇ ਕਿਹਾ ਸੀ ਕਿ ਸਰਕਾਰ ਬਣਾ ਦਿਓ, 4 ਹਫ਼ਤਿਆਂ ਵਿੱਚ ਨਸ਼ਾ ਖਤਮ ਕਰ ਦੇਵਾਂਗਾ। ਪਰ ਐਤਕੀ ਬੀਜੇਪੀ ਨਾਲ ਗੱਠਜੋੜ ਕਰਨ ਵਾਲੇ ਕੈਪਟਨ ਨਸ਼ਿਆਂ ਦੇ ਮੁੱਦੇ ਤੇ ਚੁੱਪ ਨੇ। ਆਖਿਰਕਾਰ ਕਿਉਂ? ਵੱਡਾ ਸਵਾਲ ਹੈ। क्योंकि माफिया दे नाल रले सियासतदानां नूं पार्टी दी इज्जत बचाउण करके कबूलनामा जिहड़ा कर चुके ने कैप्टन अमरिंदर सिंह खुद, शायद ये भी चुप्पी दा कारण हो सकदा है। ये जो नशियां दा कम है, जो आम आदमी कहंदा 4 महीनों मैं खत्म कर दूं, मैं ये 4 हफ्तियां दे विच लक तोड़ के छड्डूंगा। और मैं 10वें पातशाह दी चरना दी सौ खाना है कि इहनूं छड्ड के करके मैं छड्डूंगा। कुछ दिन पहला ट्रिब्यून दे नाल इंटरव्यू दिंदे हुए दिल्ली दे मुख मंत्री ते आम आदमी पार्टी दे कौमी कन्वीनर अरविंद केजरीवाल ने कहा सी कि बेअदबी ते नशा ये दोवें तां मीडिया दे बनाए हुए मुद्दे ने, लोकां दे विच ये मुद्दे है ही नहीं। लोग सिर्फ स्कूल, हस्पताल ते बिजली दी ही गल करदे ने। फिर से ये वाले मुद्दे आ गए हैं। ये वाले मुद्दे मीडिया में बने हुए हैं, जनता में नहीं है। जनता में हम पंजाब में जहाँ भी जा रहे हैं, जहाँ भी कोने, पंजाब के रिमोट कोने में चले जाइए आप, तो स्कूल, अस्पताल और बिजली, ये 3 चीज़ों के बारे में पंजाब के कोने कोने में लोग दिल्ली की तरफ देखते हैं और कहते हैं यार यहाँ भी कर देना पक्का। पिछली बारी भी यही केजरीवाल सन ਜਿਹੜੇ ਸਟੇਜਾਂ ਦੇ ਉੱਤੋਂ ਪੂਰਾ ਚੀਖ ਚਿੱਲਾ ਕੇ ਕਹਿੰਦੇ ਹੁੰਦੇ ਸੀ ਕਿ ਆਪਣੇ ਬੱਚਿਆਂ ਦਾ ਇਲਾਜ ਕਰਵਾ ਕੇ ਅਸੀਂ ਉਹਨਾਂ ਨੂੰ ਨਸ਼ੇ ਵਾਲੇ ਪਾਸਿਓਂ ਮੋੜਾਂਗੇ ਜਦੋਂ ਸਾਡੀ ਸਰਕਾਰ ਆ ਗਈ। ਇਹ ਵੀ ਕਿਹਾ ਸੀ ਕਿ 15 ਅਪ੍ਰੈਲ 2017 ਤੱਕ ਮਜੀਠੀਆ ਜੇਲ੍ਹ ਵਿੱਚ ਹੋਵੇਗਾ। ਇਹ 2017 ਦਾ ਕੇਜਰੀਵਾਲ ਦਾ ਭਾਸ਼ਣ ਹੈ। 20 मार्च को सरकार बनेगी, 15 अप्रैल तक मजीठिया जेल के अंदर होगा। जरूरत पड़ी तो बाहर से डॉक्टर बुलाएंगे और 6 महीने के अंदर अपने बच्चों का इलाज करा के उनको नशे से बाहर निकालेंगे। ਸ਼੍ਰੋਮਣੀ ਅਕਾਲੀ ਦਲ ਦਾ ਬਾਦਲ ਪਰਿਵਾਰ, ਜਿਨ੍ਹਾਂ ਦੇ ਵਿੱਚੋਂ ਇੱਕ ਮੈਂਬਰ ਬਿਕਰਮ ਸਿੰਘ ਮਜੀਠੀਆ ਖੁਦ ਨਸ਼ਾ ਤਸਕਰੀ ਦੇ ਇਲਜ਼ਾਮਾਂ ਦੇ ਵਿੱਚ ਘਿਰੇ ਹੋਏ ਨੇ, ਪਰ ਅਕਾਲੀ ਦਲ ਸਮੇਤ ਮਜੀਠੀਆ ਹਮੇਸ਼ਾ ਇਲਜ਼ਾਮਾਂ ਨੂੰ ਨਕਾਰਦੇ ਨੇ। ਪਿਛਲੇ ਦਿਨੀ ਹਰਸਿਮਰਤ ਕੌਰ ਬਾਦਲ, ਬਿਕਰਮ ਮਜੀਠੀਆ ਦੀ ਭੈਣ, ਨੇ ਵੀ ਕਿਹਾ ਸੀ ਕਿ ਜੇ ਮੇਰਾ ਭਰਾ ਨਸ਼ੇ ਦੇ ਵਪਾਰ 'ਚ ਸ਼ਾਮਿਲ ਹੋਇਆ ਤਾਂ ਉਹਦਾ ਕੱਖ ਨਾ ਰਹੇ। ਸ਼ਾਇਦ ਇਹਨਾਂ ਇਲਜ਼ਾਮਾਂ ਕਰਕੇ ਸ਼੍ਰੋਮਣੀ ਅਕਾਲੀ ਦਲ ਵੀ ਖੁੱਲ ਕੇ ਨਸ਼ੇ ਦੀ ਗੱਲ ਨਹੀਂ ਕਰ ਰਿਹਾ। ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਸਮਝ ਕੇ ਅੱਜ ਮੈਂ ਆਹੀ ਕਹਿਣਾ ਚਾਹਾਂਗੀ ਕਿ ਜੇ ਮੇਰੇ ਭਰਾ ਨੇ ਸੂਈ ਦੀ ਨੱਕੀ ਭਰ ਦਾ ਵੀ ਕਿਸੇ ਚਿੱਟੇ ਦਾ ਕੋਈ ਤਸਕਰੀ ਕੀਤੀ ਆ ਵੇਚਿਆ, ਕੋਈ ਲੈਣਾ ਦੇਣਾ ਵੀ ਹੈ, ਫਿਰ ਪਰਮਾਤਮਾ ਉਹਦਾ ਕੱਖ ਨਾ ਰਹਿਣ ਦੇ। ਤੇ ਜਿਨ੍ਹਾਂ ਨੇ ਸਿਆਸਤ ਖੇਡੀ ਹੈ, ਅੱਜ ਗੁਰੂ ਰਾਮਦਾਸ ਪਾਤਸ਼ਾਹ ਦੀ ਦੇ ਚਰਨਾਂ 'ਚ ਬੇਨਤੀ ਕਿ ਉਹਨਾਂ ਦਾ ਵੀ ਕੱਖ ਨਾ ਰਹੇ, ਕਿਉਂਕਿ ਸਭ ਤੋਂ ਵੱਡੀ ਅਦਾਲਤ ਉਹਦੀ ਹੈਗੀ। ਕਾਂਗਰਸ ਦੇ ਬਹੁਤ ਸਾਰੇ ਲੀਡਰਾਂ ਦੀ ਵੱਖ-ਵੱਖ ਤਰ੍ਹਾਂ ਦੇ ਮਾਫੀਆ ਦੇ ਨਾਲ ਰਲੇ ਹੋਣ ਦੀ ਜਾਣਕਾਰੀ ਨਸ਼ਰ ਹੁੰਦੀ ਰਹਿੰਦੀ ਹੈ। ਹਾਲਾਂਕਿ ਬਹੁਤ ਕਰੋੜੀ ਡਰੱਗ ਮਾਮਲੇ ਦੇ ਵਿੱਚ ਬਿਕਰਮ ਮਜੀਠੀਆ ਨੂੰ ਜੇਲ੍ਹ ਵਿੱਚ ਡੱਕਣ ਦੇ ਲਈ ਕਾਂਗਰਸ ਨੇ ਪੂਰੀ ਵਾਹ ਵੀ ਲਾਈ, ਪਰ ਹਾਲੇ ਕਹਾਣੀ ਜਾਂਚ ਵਿੱਚ ਉਲਝੀ ਪਈ ਹੈ ਤੇ ਮਜੀਠੀਆ ਨੂੰ ਵੋਟਾਂ ਤੱਕ ਦੀ ਰਿਆਇਤ ਵੀ ਮਿਲ ਗਈ ਹੈ ਸੁਪਰੀਮ ਕੋਰਟ ਤੋਂ। ਪੰਜਾਬ ਦੇ ਵਿੱਚ ਇੱਕ ਲੀਡਰ ਜ਼ਰੂਰ ਹੈ ਜੋ ਹਰ ਤਰ੍ਹਾਂ ਦੇ ਮਾਫੀਆ ਨੂੰ ਜੜੋਂ ਪੁੱਟਣ ਦੇ ਵਾਅਦੇ ਕਰਦਾ ਹੈ। ਇਸ ਮਸਲੇ ਤੇ ਰੋਹ ਦੇ ਵਿੱਚ ਆਉਂਦਾ ਹੈ, ਉਸ ਦਾ ਨਾਮ ਹੈ ਨਵਜੋਤ ਸਿੰਘ ਸਿੱਧੂ। ਹਾਲਾਂਕਿ ਇਸ ਵਾਰ ਵੀ ਸਿੱਧੂ ਸਰਕਾਰ ਦੇ ਵਿੱਚ ਸੀ, ਭਾਵੇਂ ਸਰਕਾਰ ਦੇ ਵਿੱਚ ਜੋ ਮੰਤਰਾਲਾ ਮਿਲਿਆ ਸੀ ਉਸ ਨੂੰ ਸਿੱਧੂ ਨੇ ਅੱਧ ਵਿਚਾਲੇ ਛੱਡ ਦਿੱਤਾ ਸੀ ਤੇ ਸਿੱਧੂ ਕਹਿੰਦੇ ਨੇ ਕਿ ਮੈਨੂੰ ਦਰਸ਼ਨੀ ਘੋੜਾ ਬਣਾ ਕੇ ਰੱਖਿਆ ਗਿਆ, ਹੱਥ ਵਿੱਚ ਕੋਈ ਤਾਕਤ ਨਹੀਂ ਦਿੱਤੀ ਗਈ। ਜੇ ਐਤਕੀ ਸਰਕਾਰ ਬਣੀ ਕਾਂਗਰਸ ਦੀ ਤਾਂ ਸਿੱਧੂ ਨੂੰ ਕੀ ਪਾਵਰ ਮਿਲਦੀ ਹੈ? ਦਰਸ਼ਨੀ ਘੋੜਾ ਬਣ ਕੇ ਰਹਿੰਦੇ ਨੇ ਸਿੱਧੂ ਜਾਂ ਫਿਰ ਮਾਫੀਆ ਨੂੰ ਖਤਮ ਕਰਦੇ ਨੇ? ਆਪਣੇ ਦਾਅਵਿਆਂ ਤੇ ਕਿੰਨੇ ਕੁ ਖਰੇ ਉਤਰਦੇ ਨੇ ਇਹ ਵੀ ਆਪਾਂ ਨੂੰ ਪਤਾ ਲੱਗ ਹੀ ਜਾਣਾ। 10 ਮਾਰਚ ਤੋਂ ਬਾਅਦ ਸਰਕਾਰ ਕਿਹਦੀ ਬਣਦੀ ਹੈ। ਇੱਕ ਬਜ਼ੁਰਗ ਕਹਿੰਦਾ ਸਿੱਧੂ ਮੇਰਾ ਪੁੱਤ, ਮੈਂ ਟੈਂਕਾਂ ਅੱਗੇ ਖੜੋਤਾ,
मैं ਬੰਬਾਂ ਅੱਗੇ ਖੜੋਤਾ, मैं ਜੰਗਾਂ ਲੜੀਆਂ 1971 ਦੀ ਤੇ 61 ਦੀ। ਪੁੱਤਰਾ मैं ਮੁਕੱਦਮੇ ਲੜੇ ਆ, ਲੇਕਿਨ ਅੱਜ मैं हार गया। मैं ਕਿਹਾ ਕੀ ਹੋਇਆ ਬਾਪੂ? ਕਹਿੰਦਾ ਅੱਜ मैं ਇਸ ਕਰਕੇ ਹਾਰ ਗਿਆ ਵੀ ਮੇਰਾ ਪੋਤਾ ਨਾਲੀਆਂ 'ਚ ਰੁਲਿਆ ਫਿਰਦਾ, ਨਾਲੀਆਂ 'ਚ ਰੁਲਿਆ ਫਿਰਦਾ। ਜੇ ਸੱਚਾ ਮਾਂ ਦਾ ਜਣਿਆ ਤੇ ਉਹ ਇਨਸਾਫ ਜ਼ਰੂਰ ਦਵਾਈ। ਤੇ ਮੈਂ ਅੱਜ ਤੁਹਾਨੂੰ ਕਹਿਣਾ, ਜੇ ਇਹ ਰਿਪੋਰਟ ਨਾ ਖੋਲੀ ਪੰਜਾਬ ਸਰਕਾਰ ਨੇ ਤੇ ਨਵਜੋਤ ਸਿੰਘ ਸਿੱਧੂ ਆਪਣੀ ਦੇਹੀ ਦਾ ਦੇ ਉੱਤੇ ਲਾਉ, ਮਰਨ ਵਰਤ ਦੇ ਉੱਤੇ ਜਾਊ। ਸਾਰੀਆਂ ਸਿਆਸੀ ਪਾਰਟੀਆਂ ਨਸ਼ੇ ਦੇ ਮੁੱਦੇ ਤੇ ਚੁੱਪੀ ਧਾਰੀ ਬੈਠੀਆਂ ਨੇ, ਪਰ ਸਾਡੀ ਗਰਾਊਂਡ ਰਿਪੋਰਟ ਕੁਝ ਹੋਰ ਹੀ ਕਹਿੰਦੀ ਹੈ, ਕੁਝ ਹੋਰ ਬਿਆਨ ਕਰਦੀ ਹੈ। ਪੰਜਾਬ ਦੇ ਵਿੱਚ ਨਸ਼ਿਆਂ ਦੀ ਸਪਲਾਈ ਚੇਨ ਬਾਰੇ ਅਸੀਂ ਜਾਣਿਆ ਤਾਂ ਪਤਾ ਲੱਗਿਆ ਕਿ ਇਹਦੇ ਵਿੱਚ 3 ਧਿਰਾਂ ਸਿੱਧੇ ਤੌਰ ਤੇ ਸ਼ਾਮਿਲ ਨੇ, ਪੁਲਿਸ, ਪ੍ਰਸ਼ਾਸਨ ਤੇ ਸਿਆਸਤਦਾਨ। ਤੇ ਫਿਰ ਇਹਨਾਂ ਦਾ ਨਸ਼ਾ ਤਸਕਰਾਂ ਦੇ ਨਾਲ ਚੁੱਪ ਚੁਪੀਤਾ ਗੱਠਜੋੜ। ਇਹਨਾਂ ਦਾ ਗੱਠਜੋੜ ਭਾਵੇਂ ਚੁੱਪ ਚੁਪੀਤਾ ਹੈ ਪਰ ਪੂਰੀ ਤਰ੍ਹਾਂ ਦੇ ਨਾਲ ਸਫਲ ਹੈ। ਐਵੇਂ ਨਹੀਂ, ਪੰਜਾਬ ਦੇ ਵਿੱਚ ਪੜ੍ਹੇ ਲਿਖੇ ਨੌਜਵਾਨ ਵੀ ਦਲਦਲ ਦੇ ਵਿੱਚ ਧਸੇ ਹੋਏ ਨੇ। ਪੁਲਿਸ ਵਾਲੇ ਕਹਿੰਦੇ ਨੇ ਕਿ ਸਾਨੂੰ 1 ਘੰਟਾ ਦੇ ਦਿਓ, ਕਿਸੇ ਦੀ ਦਖਲਅੰਦਾਜ਼ੀ ਨਾ ਹੋਵੇ ਤਾਂ ਅਸੀਂ ਸਪਲਾਈ ਚੇਨ ਤੋੜ ਕੇ ਦਿਖਾਵਾਂਗੇ। ਇਹ ਕਹਿ ਕੇ ਪੁਲਿਸ ਸਿੱਧਾ ਹੀ ਪ੍ਰਸ਼ਾਸਨ ਤੇ ਸਿਆਸਤਦਾਨਾਂ ਵੱਲ ਇਸ਼ਾਰਾ ਕਰਦੀ ਹੈ, ਪਰ ਇਹ ਸਿਰਫ ਪੁਲਿਸ ਦੀਆਂ ਡੀਂਗਾਂ ਹੀ ਕਹਿ ਸਕਦੇ ਹਾਂ ਜ਼ਿਆਦਾਤਰ, ਕਿਉਂਕਿ ਜੇ ਪੁਲਿਸ ਆਜ਼ਾਦ ਵੀ ਹੋ ਜਾਵੇ ਤਾਂ ਵੀ ਸਾਡੀ ਪੁਲਿਸ ਐਡੀ ਦੁੱਧ ਧੋਤੀ ਨਹੀਂ ਹੈਗੀ। ਅੱਜ ਅਸੀਂ ਸਬੂਤ ਪੇਸ਼ ਕਰਨ ਲੱਗੇ ਹਾਂ ਲੋਕਾਂ ਤੇ ਲੀਡਰਾਂ ਦੀ ਕਚਹਿਰੀ ਦੇ ਵਿੱਚ, ਜਿਹੜੇ ਚੀਖ ਕੇ ਦੱਸਦੇ ਨੇ ਕਿ ਪੰਜਾਬ ਦੇ ਵਿੱਚ ਨਸ਼ਾ ਬਹੁਤ ਵੱਡਾ ਮੁੱਦਾ ਹੈ, ਜਿਸ ਨੂੰ ਇਹ ਸਾਰੇ ਸਿਆਸੀ ਲੀਡਰ ਇਸ ਵਾਰੀ ਨਕਾਰ ਰਹੇ ਨੇ। ਸਭ ਤੋਂ ਪਹਿਲਾ ਸਬੂਤ ਵਿਧਾਨ ਸਭਾ ਹਲਕਾ ਮੌੜ ਦੀ ਇੱਕ ਤਸਵੀਰ ਤੁਹਾਨੂੰ ਦਿਖਾਉਂਦੇ ਹਾਂ, ਜਿੱਥੇ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਲੱਖਾ ਸਿਧਾਣਾ ਦੀ ਸੱਥ ਵਿੱਚ ਮੌੜ ਹਲਕੇ ਦੀ ਇੱਕ ਬੀਬੀ ਨੇ ਜੋ ਕਿਹਾ ਹੈ ਉਹ ਤੁਸੀਂ ਸੁਣੋ। ਇਸ ਤੋਂ ਵੱਡਾ ਸਬੂਤ ਸ਼ਾਇਦ ਨਹੀਂ ਹੋ ਸਕਦਾ, ਕਿਉਂਕਿ ਬੀਬੀ ਖੁਦ ਪੀੜਤ ਹੈ। ਪਿੰਡ ਚ ਐਡੇ ਐਡੇ ਜਵਾਕ ਗਾਲੇ ਪਏ ਆ, ਪੁੱਤ ਮੇਰਾ ਮੁੱਕਿਆਗਾ ਚਿੱਟਿਆਂ ਨਾਲ। ਹਾਂ, ਮੇਰਾ ਪੁੱਤ ਮੁੱਕਿਆ, ਮੈਨੂੰ ਤਾਂ ਔਖ ਆਉਂਦੀ ਆ। ਮੈਂ ਲੋਕਾਂ ਦੇ ਪੁੱਤਾਂ ਦੀ ਔਖ ਬਹੁਤ ਮੰਨਦੀ ਆ ਵੀ ਜਿਹੜੇ ਮੁੱਕਦੇ। ਦੂਸਰਾ ਸਬੂਤ ਫਿਰੋਜ਼ਪੁਰ ਦੇ ਪਿੰਡ ਮੁੱਦਕੀ ਦਾ ਹੈ, ਜਿੱਥੇ ਬੀਬੀਆਂ ਦਾ ਦਿਨ ਰਾਤ ਦਾ ਪਹਿਰਾ ਲੱਗਦਾ ਹੈ। ਤੁਹਾਡੇ ਚੇਤਿਆਂ ਵਿੱਚ ਵੀ ਸ਼ਾਇਦ ਆ ਗਿਆ ਹੋਣਾ, ਪਿੰਡ ਮੁੱਦਕੀ ਇਤਿਹਾਸਿਕ ਪਿੰਡ ਹੈ, ਪਰ ਅੱਜ ਪੁੱਤ ਬਚਾਉਣ ਦੇ ਲਈ ਬੀਬੀਆਂ ਨੂੰ ਕਾਲੀ ਬੋਲੀ ਰਾਤ ਦੇ ਨਾਲ ਵੀ ਲੜਨਾ ਪੈ ਰਿਹਾ ਹੈ। ਦੁਨੀਆ ਦਾ ਸ਼ਾਇਦ ਪਹਿਲਾ ਅਜਿਹਾ ਪਿੰਡ ਹੈ ਜਿੱਥੇ ਬੀਬੀਆਂ ਦਿਨ ਰਾਤ ਦਾ ਪਹਿਰਾ ਲਾਉਂਦੀਆਂ ਨੇ, ਕਿਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਦਾਖਲ ਨਹੀਂ ਹੋਣ ਦਿੰਦੀਆਂ, ਨਸ਼ਾ ਖਤਮ ਹੋਣ ਤੱਕ ਧਰਨੇ ਤੇ ਡਟਣ ਦਾ ਇਹਨਾਂ ਨੇ ਅਹਿਦ ਲਿਆ। ਬੀਬੀ ਪਰਮਜੀਤ ਕੌਰ ਨੂੰ ਸਲਾਮ ਹੈ, ਜਿਸ ਨੇ ਮੌਤ ਦਾ ਕਫਨ ਸਿਰ ਦੇ ਉੱਤੇ ਬੰਨ ਕੇ ਪਿੰਡ ਮੁੱਦਕੀ ਖਾਤਰ ਇਹ ਲੜਾਈ ਵਿੱਢੀ ਹੈ, ਜਿਹੜਾ ਪਿੰਡ ਦੌਲੇਵਾਲਾ ਦਾ ਰੂਪ ਧਾਰਨ ਕਰਦਾ ਜਾ ਰਿਹਾ ਸੀ, ਜਿੱਥੇ ਪਿੰਡ ਦਾ ਇੱਕ ਘਰ ਨਸ਼ੇੜੀਆਂ ਦੇ ਨਾਲ ਭਰਿਆ ਪਿਆ ਸੀ। हैरानी की गल है कि इस हल्के की MLA भी एक बीबी है, कांग्रेस विधायक सतकार कौर, पर इन्हां दी सपोर्ट तक की मिलनी सी। इस विधायक ने कदे इन्हां बीबियां दी हौसला अफजाई तक नहीं की। ਉਹੀ ਵਿਧਾਇਕ ਨੇ ਬੀਬੀ ਸਤਕਾਰ ਕੌਰ, ਜਿਨ੍ਹਾਂ ਨੂੰ ਇਸ ਵਾਰੀ ਪਾਰਟੀ ਨੇ ਟਿਕਟ ਨਹੀਂ ਦਿੱਤੀ ਤੇ ਟਿਕਟ ਨਾ ਮਿਲਣ ਤੇ ਸਤਕਾਰ ਕੌਰ ਤੇ ਉਸਦਾ ਪਤੀ ਭੁੱਬਾ ਮਾਰ ਕੇ ਰੋ ਰਹੇ ਸੀ। ਆਪਣੇ ਘਰਾਂ ਦੇ ਵਿੱਚ ਬਹਿ ਕੇ ਮਰਨ ਨਾਲੋਂ ਚੰਗਾ ਕਿ ਜੇ ਅਸੀਂ ਸੰਘਰਸ਼ ਦੇ ਮੈਦਾਨ ਦੇ ਵਿੱਚ ਆਈਏ, ਸਾਡੇ ਪੁੱਤਾਂ ਦੀਆਂ ਲਾਸ਼ਾਂ ਤੇ ਵੈਣ ਪਾਉਣ ਨਾਲੋਂ ਚੰਗਾ ਕਿ ਅਸੀਂ ਸੜਕਾਂ ਤੇ ਆ ਕੇ ਮਰੀਏ। ਅਸੀਂ ਸਵੇਰ ਦੇ 7 ਵਜੇ ਤੋਂ ਲੈ ਕੇ ਰਾਤ ਦੇ 1 ਵਜੇ ਤੱਕ ਬਾਰ-ਬਾਰ ਅਸੀਂ 3 ਜਗ੍ਹਾ ਤੇ ਬੈਠਦੇ ਹਾਂ। ਲਗਾਤਾਰ ਨਸ਼ਾ ਵੇਚਣ ਵਾਲਿਆਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਆ ਕਿ ਭਰਾਵੋ ਜੋ ਹੋ ਗਿਆ ਬਹੁਤ ਹੋ ਗਿਆ, ਪਰ ਇਸ ਕੰਮ ਨੂੰ ਹੁਣ ਖਤਮ ਕਰ ਦਿਓ। ਜਿਹੜੀਆਂ ਸਾਡੀਆਂ ਮਾਵਾਂ ਭੈਣਾਂ ਇਹ ਹੱਥਾਂ ਦੇ ਵਿੱਚ ਚੂੜੀਆਂ ਪਾ ਕੇ ਇੱਥੇ ਨਹੀਂ ਬੈਠਦੀਆਂ, ਅਸੀਂ ਆਪਣੇ ਜਿਹੜੇ ਹਥਿਆਰ ਉਹ ਨਾਲ ਲੈ ਕੇ ਬੈਠਦੀਆਂ, ਕਿਉਂਕਿ ਡੰਡੇ ਤੇ ਬੋਕਰਾਂ ਦੇ ਜਿਹੜੇ ਸਾਡੇ ਹਥਿਆਰ ਨੇ। ਤੀਸਰਾ ਸਬੂਤ ਪੰਜਾਬ ਦਾ PhD ਕਰਦਾ ਇੱਕ ਨੌਜਵਾਨ, ਜਿਸਨੇ ਕਾਲਜ ਦੇ ਵਿੱਚ ਸਕੂਲ ਦੇ ਵਿੱਚ ਪੜ੍ਹਾਇਆ ਵੀ ਹੈ, PhD ਕਰ ਰਿਹਾ ਸੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ PhD ਕਰ ਰਿਹਾ ਹੈ। ਆਰਚਰੀ ਦਾ ਵੱਡਾ ਕਾਰੋਬਾਰ ਸੀ, ਹਰ ਮਹੀਨੇ ਭਾਰਤੀ ਟੀਮ ਨਾਲ ਵਿਦੇਸ਼ ਦਾ ਚੱਕਰ ਲਾ ਕੇ ਆਉਂਦਾ ਸੀ। 2.5 ਸਾਲਾਂ ਵਿੱਚ ਚਿੱਟੇ ਤੇ ਕਰੀਬ 60 ਲੱਖ ਰੁਪਈਆ ਰੋੜ ਦਿੱਤਾ, ਕਾਰੋਬਾਰ ਵੀ ਖਤਮ ਹੋ ਗਿਆ। ਯੂਨੀਵਰਸਿਟੀ ਦੀਆਂ ਵਿਦਿਆਰਥੀ ਜਥੇਬੰਦੀਆਂ ਇੱਥੇ ਨੌਜਵਾਨਾਂ ਨੂੰ ਨਸ਼ੇ ਦੀ ਚਾਟ ਤੇ ਲਾਉਂਦੀਆਂ ਨੇ ਤੇ ਫਿਰ ਨੌਜਵਾਨ ਉਸ ਦਲਦਲ ਦੇ ਵਿੱਚ ਧਸ ਜਾਂਦੇ ਨੇ ਤੇ ਵਿਦਿਆਰਥੀ ਜਥੇਬੰਦੀਆਂ ਵੱਡੀਆਂ ਸਿਆਸੀ ਪਾਰਟੀਆਂ ਦੀਆਂ ਹੁੰਦੀਆਂ ਨੇ। ਮੇਰਾ ਬਿਜ਼ਨਸ ਵੀ ਸੀਗਾ ਉੱਥੇ ਹੀ ਨਾਲ ਆਰਚਰੀ ਦਾ, ਇੰਡੀਆ ਦਾ ਚੀਫ ਕੋਚ ਮੇਰਾ ਪਾਰਟਨਰ ਸੀ। ਪੈਸੇ ਦੇ ਲਾਲਚ ਜੀ ਉਹਨਾਂ ਨੇ ਮੈਨੂੰ ਜ਼ਿਆਦਾ ਕੰਪੈਲ ਕੀਤਾ ਨਾ। ਕਿਵੇਂ ਤੁਹਾਡੇ ਤੱਕ ਪਹੁੰਚਿਆ, ਕਿਵੇਂ ਚਿੱਟਾ? ਚਿੱਟਾ ਤਾਂ ਯੂਨੀਵਰਸਿਟੀ ਦਾ ਬਹੁਤ ਟਾਈਮ ਤੋਂ ਪਹੁੰਚੇ। ਮੈਂ ਕਿਸ ਪੱਧਰ ਤੇ ਕਿਸ ਹੱਦ ਤੱਕ ਉੱਥੇ ਹੁੰਦਾ ਹੈ, ਹੋਸਟਲਾਂ ਦੇ ਵਿੱਚ ਜਾਂ ਕਿਵੇਂ? ਜੀ ਵੱਡੇ ਪੱਧਰ ਤੇ ਹੁੰਦਾ, ਕਿਉਂਕਿ ਉਦੋਂ ਆਇਆ ਸੀ ਪੈਕਟੀ ਮੁੰਡੇ ਲਈ ਫਿਰਦੇ ਹੁੰਦੇ ਸੀ ਵੀ ਇਹ ਨਵਾਂ ਨਸ਼ਾ ਆਇਆ ਕਰੋ। ਉੱਥੇ ਯੂਨੀਵਰਸਿਟੀਆਂ ਦੇ ਵਿੱਚ ਕਿਸ ਲੈਵਲ ਦੀ ਚੇਨ ਬਣਦੀ ਹੈ, ਤੁਹਾਡੇ ਕਿਸ ਪੱਧਰ ਤੱਕ ਲਿੰਕ ਜੁੜੇ?
ਉੱਥੇ ਜਿਵੇਂ ਜਿਹੜੀਆਂ ਪਾਰਟੀਆਂ ਹੁੰਦੀਆਂ ਜ਼ਿਆਦਾਤਰ ਹੀ ਯੂਨੀਵਰਸਿਟੀਆਂ 'ਚ ਬਣਦੀਆਂ, ਉਹ ਸਿਆਸੀ ਪਾਰਟੀਆਂ ਬਣਾਉਂਦੀਆਂ ਆਪਦੇ ਬੰਦਿਆਂ ਨੂੰ, ਅਤੇ ਉਹ ਮੁੰਡੇ ਬਹੁਤ ਹੁੰਦੇ ਆ ਇਹ ਕੰਮਾਂ ਲਈ ਪਾਰਟੀਆਂ 'ਚ। ਜਿਵੇਂ ਕੋਈ ਵੀ ਪਾਰਟੀ ਦਾ ਆਪਾਂ ਨਾਂ ਲੈ ਲਈਏ, SOI YOI, ਉਹ ਮੁੰਡੇ ਇਹ ਜਿਹਾ ਕੁਛ ਬਹੁਤ ਕਰਦੇ। ਚੌਥਾ ਸਬੂਤ, ਪੰਜਾਬ ਦੇ ਨਿੱਕੇ ਨਿਆਣੇ ਵੀ ਨਸ਼ਾ ਕਰਨ ਲੱਗ ਪਏ ਨੇ। ਸਕੂਲਾਂ ਦੇ ਪੜ੍ਹਦੇ ਪਾੜਕੂਆਂ ਨੂੰ ਇੱਧਰ ਲਾਉਂਦੇ ਨੇ ਫੁਕਰੇ ਗਾਇਕ। ਸੁਣੋ ਪੰਜਾਬ ਦੇ 17 ਸਾਲ ਦੇ ਨੌਜਵਾਨ ਦੀ ਕਹਾਣੀ ਕਿ ਇਹ ਨਸ਼ੇ ਦੇ ਵਿੱਚ ਕਿਵੇਂ ਲੱਗ ਗਿਆ, ਤੇ ਨਾਲ ਇਹ ਨਿੱਕਾ ਵੀਰ ਇੱਕ ਬੜੀ ਸਿਆਣੀ ਗੱਲ ਵੀ ਕਹਿ ਗਿਆ ਕਿ ਜ਼ਬਰਦਸਤੀ ਤੁਹਾਡੇ ਮੂੰਹ ਦੇ ਵਿੱਚ ਕੋਈ ਨਸ਼ਾ ਨਹੀਂ ਪਾ ਸਕਦਾ, ਸਭ ਤੋਂ ਪਹਿਲੇ ਜ਼ਿੰਮੇਵਾਰ ਤੁਸੀਂ ਖੁਦ ਹੁੰਦੇ ਹੋ। ਤੁਸੀਂ ਇਸ ਉਮਰ ਦੇ ਵਿੱਚ ਹੈਗੇ ਹੋ, ਤੁਹਾਨੂੰ ਪ੍ਰਭਾਵਿਤ ਕਿਉਂ ਕਰਦੇ ਨੇ ਨਸ਼ੇ? ਨਸ਼ਾ ਵੀ ਇੱਕ ਸਟੇਟਸ ਸਿੰਬਲ ਲੱਗਦਾ ਤੁਹਾਨੂੰ, ਕਿਉਂਕਿ ਤੁਹਾਨੂੰ ਕੋਈ ਸਮੱਸਿਆ ਤਾਂ ਹੈ ਨਹੀਂ ਸੀ। ਸਮੱਸਿਆ ਤਾਂ ਕੋਈ ਨਹੀਂ, ਬਸ ਇਹ ਗਾਣੇ ਆ ਜੀ, ਜਿਵੇਂ ਹੁਣ ਤੁਸੀਂ ਦੇਖਦੇ ਹੋ ਸਿੰਗਰ ਸਾਰੇ ਪ੍ਰਮੋਟ ਕਰਦੇ ਨੇ ਨਸ਼ੇ ਨੂੰ, ਕਰਦੇ ਵੀ ਚਿੱਟਾ ਲਾ ਕੇ ਆਇਆ ਹੋ ਜਾਂਦਾ, ਪਤਾ ਨਹੀਂ ਕੀ ਹੋ ਜਾਂਦਾ ਜੀ, ਉਹ ਸਭ ਬਸ ਐਂ ਸਭ ਦਿਖਾਵਾ ਗਾ ਜੀ। ਕਿਹੜੇ ਗਾਇਕ ਦਾ ਤੁਹਾਨੂੰ ਲੱਗਦਾ ਵੀ ਇਹ ਨਸ਼ੇ ਕਰਕੇ ਪ੍ਰਮੋਟ ਕਰਦੇ ਨੇ? ਕਾਫੀ ਕਰਦੇ ਨੇ, ਕੋਈ ਨਾਮ ਲੈ? KS ਮੱਖਣੀ ਜੀ, ਹੋਰ ਵੀ ਬਹੁਤ। ਅੱਜ ਕੱਲ੍ਹ ਤਾਂ ਜੇ ਆਪਾਂ ਦੇਖੀਏ ਹਰੇਕ ਸਿੰਗਰ ਹੀ ਕਰੀ ਜਾਂਦਾ ਜੀ, ਹਰੇਕ ਦੇ ਗਾਣੇ 'ਚ ਹੀ ਦਾਰੂ ਪੀ ਕੇ ਐਂ ਹੋ ਗਿਆ ਉਹ ਹੋ ਗਿਆ ਜੀ। ਉਹ ਗਾਣੇ ਨੇ ਜਿਹੜੇ ਉਹ ਦਿਮਾਗ ਤੇ ਅਸਰ ਕਰਦੇ ਨੇ ਤੁਹਾਡੇ? ਗਾਣੇ ਦਿਮਾਗ ਤੇ ਅਸਰ ਕਰਦੇ ਨੇ, ਜਿਹੜੀ ਮੇਨ ਗੱਲ ਹੈ। ਬਾਕੀ ਜੀ ਆਪਦਾ ਵੀ ਕਰਦਾ ਸੀਗਾ, ਕੋਈ ਤਾਂ ਕਿਸੇ ਦੇ ਮੂੰਹ 'ਚ ਪਾਉਂਦਾ ਵੀ ਨਹੀਂ ਜੀ। ਤੋ ਜਿਹੜੇ ਗਾਇਕ ਤੇ ਗੀਤਕਾਰ ਇਹ ਕਹਿੰਦੇ ਨੇ ਕਿ ਸਾਡੇ ਗਾਉਣ ਦੇ ਨਾਲ ਕੋਈ ਸੂਰਮਾ ਤਾਂ ਅੱਜ ਤੱਕ ਬਣਿਆ ਨਹੀਂ ਹੈਗਾ, ਸ਼ਬਦਾਂ ਦਾ ਕੋਈ ਅਸਰ ਨਹੀਂ ਹੁੰਦਾ, ਉਹਨਾਂ ਦੇ ਮੂੰਹ ਤੇ ਕਰਾਰੀ ਚਪੇੜ ਹੈ ਤੇ ਉਹਨਾਂ ਦੇ ਬੋਲਾਂ ਨੂੰ ਲਾਹਨਤ ਵੀ ਹੈ, ਜਿਹੜੇ ਮਾਵਾਂ ਦੇ ਪੁੱਤਾਂ ਨੂੰ ਖਾ ਜਾਂਦੇ ਨੇ। ਇਹੋ ਜਿਹੇ ਗਾਣੇ ਗਾ ਗਾ ਕੇ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਇਹਨਾਂ ਨੌਜਵਾਨਾਂ ਨੇ ਇਸ ਗੱਲ ਦਾ ਸਬੂਤ ਦੇ ਦਿੱਤਾ ਹੈ ਕਿ ਗਾਇਕ ਤੇ ਗੀਤਕਾਰ ਵੀ ਸਭ ਤੋਂ ਵੱਧ ਜ਼ਿੰਮੇਦਾਰ ਨੇ। KS ਮੱਖਣ ਦਾ ਨਾਮ ਸ਼ਰੇਆਮ ਲਿਆ ਗਿਆ। ਜਿਹੇ ਜੀ ਆਪਣਾ ਗਾਣੇ ਆ ਜਾਂ ਲੱਚਰਤਾ ਜਿਹੇ ਜੀ ਮੰਨ ਕੇ ਚੱਲ ਫਲਾਈ ਹੀ, ਅੱਜ ਦੇ ਜਿੰਨੇ 16 17 18 ਸਾਲ ਦੇ ਆ, ਚੰਗਾ ਅਸਲਾ, ਚੰਗੀ ਗੱਡੀ, ਚੰਗਾ ਕੱਪੜਾ, ਉਹਨਾਂ ਨੂੰ ਇਹ ਲੱਗਦਾ ਵੀ ਖਮਨੀ ਇਹ ਬਹੁਤ ਵੱਡਾ ਤਰਨਾਟ ਆ। ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਇਹ ਯਾਰ ਮਾਸ ਬਚਾਉਂਦਾ ਤੁਰਿਆ ਫਿਰ। ਗਾਇਕਾਂ ਦਾ ਮੈਂ ਕਰਤਾ, ਮੈਂ ਉਹ ਕਰਦਾ, ਕਿਸੇ ਗਾਇਕ ਤੇ ਕਦੇ ਕਿਸੇ ਨੇ ਇਹ ਸੋਚਿਆ ਵੀ ਕਿਸੇ ਦੇ 751 ਦਾ ਪਰਚਾ ਹੈਗਾ? ਗੱਲਾਂ ਉਹ ਕਰਦੇ ਆ ਬੰਦੇ ਮਾਰਨ ਦੀਆਂ। ਅਗਲਾ ਸਬੂਤ, ਇੰਟੀਰੀਅਰ ਡਿਜ਼ਾਈਨਰ ਨੌਜਵਾਨ, ਪੜ੍ਹਿਆ ਲਿਖਿਆ ਨੌਜਵਾਨ ਜਿਸ ਦਾ ਕਰੋੜਾਂ ਦਾ ਕਾਰੋਬਾਰ ਸੀ, ਚਿੱਟੇ ਨੇ ਇਸ ਦਾ ਸਾਰਾ ਕਾਰੋਬਾਰ ਪੀ ਲਿਆ। ਬਠਿੰਡੇ ਦੇ ਵੱਡੇ ਉਦਯੋਗ ਦਾ ਸਾਰਾ ਕੰਮ ਇਹ ਭਰਾ ਸਾਂਭਦਾ ਸੀ, ਪਰ ਸਭ ਕੁਝ ਤਬਾਹ ਕਰ ਲਿਆ। ਕਿਹੜੀ ਪਾਰਟੀ ਦੇ ਸਿਆਸਤਦਾਨ ਦੀ ਸ਼ੈ ਸੀ ਇਹ ਨੌਜਵਾਨ ਖੁਦ ਬੋਲ ਰਿਹਾ ਹੈ। ਕਿੰਨਾ ਪੈਸਾ ਤੁਸੀਂ ਲਾਤਾ ਚਿੱਟਾ ਖਾ ਕੇ? ਜੋ ਫਰਮ ਖੜੀ ਕੀਤੀ ਸੀ ਪੂਰੀ ਪ੍ਰੋਪਰ ਰਜਿਸਟਰਡ, ਉਹ ਸਾਰੀ ਇੱਥੇ ਹੀ ਗਈ ਜੀ। ਬਠਿੰਡਾ ਰਿਫਾਈਨਰੀ ਸੁਣੀ ਹੋਊਗੀ ਜੀ, ਉੱਥੇ ਮੇਰੀ ਹਰੇਕ ਮਹੀਨੇ ਕੋਈ ਨਾ ਕੋਈ ਸਾਈਡ ਚੱਲਦੀ ਸੀ, ਤਾਂ ਉਹ ਸਾਰੀਆਂ ਇਹਦੇ 'ਚ ਹੀ ਗਈਆਂ ਜੀ। ਸਿਆਸਤਦਾਨ ਵੀ ਨਾਲ ਕਨੈਕਟਡ ਨੇ, ਪੁਲਿਸ ਵੀ? ਸਾਰੇ ਪੁਲਿਸ ਦਾ ਤਾਂ ਸਭ ਤੋਂ ਵੱਡਾ ਰੋਲ ਹੈ ਜੀ, ਸ਼ਹਿਰ ਦੇ ਵਿੱਚ ਖਾਸ ਕਰਕੇ। ਤੁਹਾਡੀ ਕਦੇ ਚੇਨ ਮਤਲਬ ਜਿਹੜੀ ਹੈ ਜੁੜੀ ਸੀ ਕਦੇ ਕਿਸੇ ਸਿਆਸਤਦਾਨ ਨਾਲ? ਸਿਆਸਤਦਾਨ ਨਾਲ ਤਾਂ ਸ਼ੁਰੂ ਤੋਂ ਰਹੀ ਹੈ ਜੀ। ਕਿਹੜੀ ਪਾਰਟੀ ਨਾਲ ਸੰਬੰਧਿਤ? ਅਕਾਲੀ ਦਲ ਨਾਲ ਜੀ। ਇੱਕ ਹੋਰ ਵੱਡੀ ਤਰਾਸਦੀ ਸਾਹਮਣੇ ਆਈ ਹੈ ਸਾਡੀ ਇਸ ਗਰਾਊਂਡ ਰਿਪੋਰਟ ਦੇ ਵਿੱਚ ਕਿ ਸਰਹੱਦਾਂ ਰਾਹੀਂ ਜਿਹੜੀਆਂ ਖਬਰਾਂ ਅਸੀਂ ਤੁਹਾਨੂੰ ਪੜ੍ਹ ਕੇ ਸੁਣਾਉਣੇ ਹੁੰਨੇ ਆ ਕਿ ਇੰਨੇ ਕਿਲੋ ਹੈਰੋਇਨ ਫੜੀ ਗਈ ਹੈ, ਪਰ ਸੱਚ ਇਹ ਹੈ ਕਿ ਸਰਹੱਦਾਂ ਰਾਹੀਂ ਨਸ਼ਾ ਯਾਨੀ ਕਿ ਚਿੱਟਾ ਕਿਲੋਆਂ ਦੇ ਵਿੱਚ ਨਹੀਂ ਕੁਇੰਟਲਾਂ ਦੇ ਵਿੱਚ ਆਉਂਦਾ ਹੈ। ਨਸ਼ੇ ਦੀ ਲੱਤ ਨੇ ਬਰਬਾਦ ਕੀਤਾ ਇਹ ਨੌਜਵਾਨ। ਸਰਕਾਰੀ ਨੌਕਰੀ ਕਰਦਾ ਹੈ, ਸਰਹੱਦ ਤੇ ਡਿਊਟੀ ਹੈ, ਅੱਜ ਕੱਲ ਨਸ਼ਾ ਛੁਡਾਊ ਕੇਂਦਰ ਦੇ ਵਿੱਚ ਭਰਤੀ ਹੈ। ਸਰਹੱਦਾਂ ਦੇ ਰਾਖੇ ਕਿਸ ਹੱਦ ਤੱਕ ਇਸ ਸਪਲਾਈ ਦੇ ਵਿੱਚ ਸ਼ਾਮਿਲ ਨੇ, ਸੁਣ ਕੇ ਦੰਗ ਰਹਿ ਜਾਓਗੇ ਕਿ ਐਡਾ ਧੋਖਾ ਪੰਜਾਬ ਦੇ ਨਾਲ। ਜੋ ਦਿੱਲੀ ਹੈ ਨਾ, ਕਦੇ ਪੰਜਾਬ ਦੀ ਨਹੀਂ ਹੋਈ ਤੇ ਨਾ ਹੋਣੀ ਆ। ਹਾਂ, ਜਿੱਦੇ ਸਾਡਾ ਕਬਜ਼ਾ ਹੋਇਆ ਉਹਦੇ ਹੋਊਗੀ, ਉਹਨਾਂ ਚਿਰ ਇਹ ਨਹੀਂ ਚਾਹੁੰਦੀ। ਮੈਂ ਬਾਰਡਰ ਤੇ ਨੌਕਰੀ ਕਰਕੇ ਆਇਆ, ਫੜਿਆ ਤਾਂ ਚਿੱਟਾ ਜਾਂਦਾ ਨਾ ਕਿਲੋਆਂ ਦੇ ਹਿਸਾਬ ਨਾਲ, ਕੁਇੰਟਲਾਂ ਦੇ ਹਿਸਾਬ ਨਾਲ, ਮੇਰੀ ਅੱਖੀਂ ਲੰਘਦਾ ਉੱਥੋਂ। ਉੱਥੇ ਪੋਸਟਿੰਗ ਵਾਸਤੇ ਆਰਮੀ ਦੇ ਜਿਹੜੇ ਜਨਰਲ ਹੁੰਦੇ ਨਾ, ਉਹ ਰਿਸ਼ਵਤ ਦੇ ਕੇ ਆਉਂਦੇ ਆ ਅਰਬਾਂ ਰੁਪਏ ਦੀ ਕਿ ਮੈਂ ਉੱਥੇ ਲੱਗਣਾ। ਜਿੱਥੇ ਪਾਕਿਸਤਾਨ 'ਚ ਸੋਨਾ ਆਉਂਦਾ ਨਾ, ਅੰਮ੍ਰਿਤਸਰ ਦੀ ਮੰਡੀ 'ਚ ਦਿੱਲੀ ਨਾਲੋਂ ਰੇਟ ਘਟ ਜਾਂਦਾ। ਤਸਕਰੀ ਜਿੰਨਾ ਚਿਰ ਸਰਕਾਰ ਨਹੀਂ ਚਾਹੁੰਦੀ ਨਹੀਂ ਰੁਕ ਸਕਦੀ। ਹਾਂ, ਕਸ਼ਮੀਰ 'ਚ ਹਜੇ ਅਣਖ ਹੈਗੀ ਆ, ਮੈਂ ਉੱਥੇ ਵੀ ਰਹਿ ਕੇ ਆਇਆ, ਪਰ ਪੰਜਾਬ 'ਚ ਤਾਂ ਇਹਨਾਂ ਨੇ ਵਾਕਈ ਨਲੂਏ ਨਹੀਂ ਰਹੇ। ਅਗਲੀ ਤਸਵੀਰ ਤੁਹਾਨੂੰ ਮਾਨਸਾ ਦੇ ਇੱਕ ਪਿੰਡ ਮੰਘਾਣੀਆਂ ਦੇ ਪਰਿਵਾਰ ਦੀ ਵੀ ਦਿਖਾਉਣੇ ਹਾਂ, ਜਿੱਥੇ ਇੱਕ ਪਰਿਵਾਰ ਦੀਆਂ 3 ਪੀੜ੍ਹੀਆਂ ਨਸ਼ਾ ਖਾ ਗਿਆ। ਸਬੂਤ ਮਿਲਦਾ ਹੈ ਕਿ ਨਸ਼ਾ ਕੋਈ ਅੱਜ ਤੋਂ ਨਹੀਂ, ਇਹ ਦਹਾਕਿਆਂ ਤੋਂ ਚੱਲਿਆ ਆ ਰਿਹਾ ਹੈ ਤੇ ਇਸ ਦੇ ਪਿੱਛੇ ਕੌਣ ਲੋਕ ਜ਼ਿੰਮੇਦਾਰ ਨੇ? ਇਹ ਲੋਕ ਖੁਦ ਆਪ ਬੋਲਦੇ ਨੇ, ਜਿਹੜੇ ਪੀੜਤ ਨੇ। ਪੁੱਤਾਂ ਦੀਆਂ ਮਾਵਾਂ ਬੋਲਦੀਆਂ ਨੇ, ਜਿਨ੍ਹਾਂ ਦੇ ਪੁੱਤ ਇਸ ਦੁਨੀਆ ਤੋਂ ਜਾ ਚੁੱਕੇ ਨੇ। ਇਹ ਪਰਿਵਾਰ, ਇਹ ਘਰ ਵੀ ਕਦੇ ਹੱਸਦਾ ਵਸਦਾ ਸੀ, ਪਰ ਇਸ ਘਰ ਨੂੰ ਵੀ, ਇਸ ਘਰ ਦੇ ਮੁਖੀ ਨੂੰ ਵੀ ਨਸ਼ਿਆਂ ਨੇ ਖਤਮ ਕਰ ਦਿੱਤਾ। ਇਸ ਘਰ ਦੀਆਂ 4 ਦੀਵਾਰੀਆਂ ਢਹਿ ਚੁੱਕੀਆਂ ਨੇ। ਇੱਕ ਕਮਰਾ ਸੀ, ਉਸ ਦੀ ਜਿਹੜੀ ਛੱਤ ਹੈ ਉਹ ਡਿੱਗ ਚੁੱਕੀ ਹੈ। ਕਿਸੇ ਹੋਰ ਘਰ ਵਿੱਚ ਰਹਿਣਾ ਪੈ ਰਿਹਾ ਹੈ। ਇਹ ਮੰਘਾਣੀਆਂ ਦਾ ਦਰਦ ਹੈ।
ਇਹ ਚੀਜ਼ ਹੈ ਜਿਹੜੀ ਪੂਰੀ ਦੁਨੀਆ ਤੱਕ ਜਾਣੀ ਚਾਹੀਦੀ ਹੈ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਪਿੰਡਾਂ ਦੇ ਲੋਕ ਕਹਿੰਦੇ ਨੇ ਕਿ ਮੂੰਗਫਲੀ ਦੀ ਰੇਹੜੀ ਤਾਂ ਇੱਥੇ ਰਾਤ ਨੂੰ 9-10 ਵਜੇ ਤੋਂ ਬਾਅਦ ਨਹੀਂ ਮਿਲਦੀ, ਪਰ ਨਸ਼ੇ ਦੀ ਸਪਲਾਈ ਹੈ ਜਿਹੜੀ 24 ਘੰਟੇ ਤੁਹਾਨੂੰ ਮਿਲਦੀ ਹੈ। ਜਦੋਂ ਮਰਜ਼ੀ ਤੁਸੀਂ ਨਸ਼ਾ ਲੈਣਾ ਹੋਵੇ ਉਦੋਂ ਹੀ ਪਿੰਡਾਂ ਸ਼ਹਿਰਾਂ ਦੇ ਵਿੱਚ ਨਸ਼ੇ ਦੀ ਸਪਲਾਈ ਹੁੰਦੀ ਹੈ। ਨਸ਼ਿਆਂ ਦੀ ਬੁਰੀ ਹਾਲਤ ਹੈ ਜੀ। 10 ਵਜੇ ਤੋਂ ਬਾਅਦ ਤੁਹਾਨੂੰ ਮੂੰਗਫਲੀ ਦੀ ਰੇਹੜੀ ਨਹੀਂ ਮਿਲੂਗੀ ਇੱਥੇ, ਪਰ ਨਸ਼ਾ ਤੁਹਾਨੂੰ 24 ਘੰਟੇ ਮਿਲੂਗਾ। ਖੈਰ ਇਹ ਸਾਰੇ ਸਬੂਤ ਤੁਸੀਂ ਦੇਖੇ, ਬਹੁਤ ਥੋੜੇ ਸਬੂਤ ਨੇ ਪਰ ਬਹੁਤ ਕੁਝ ਬਿਆਨ ਕਰਦੇ ਨੇ। ਸਰਕਾਰਾਂ ਕਹਿੰਦੀਆਂ ਨੇ ਅਸੀਂ ਨਸ਼ਾ ਛਡਾਊ ਕੇਂਦਰ ਖੋਲੇ ਨੇ, ਜਦੋਂ ਵਾਅਦੇ ਕੀਤੇ ਜਾਂਦੇ ਨੇ ਉਦੋਂ ਕਿਹਾ ਜਾਂਦਾ ਹੈ ਕਿ ਅਸੀਂ ਕੇਂਦਰ ਖੋਲਾਂਗੇ, ਆਪਣੇ ਨੌਜਵਾਨਾਂ ਨੂੰ ਬਚਾਵਾਂਗੇ, ਨਸ਼ਾ ਤਸਕਰਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਾਂਗੇ, ਪਤਾ ਨਹੀਂ ਕੀ ਝੂਠੇ ਵਾਅਦੇ ਕੀਤੇ ਜਾਂਦੇ ਨੇ। ਸੱਚ ਵੀ ਹੈ ਕਿ ਪੰਜਾਬ ਦੀ ਧਰਤੀ ਤੇ ਸੈਂਕੜੇ ਸਰਕਾਰੀ ਤੇ ਨਿੱਜੀ ਕੇਂਦਰ ਖੁੱਲੇ ਵੀ ਹੋਏ ਨੇ, ਪਰ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਸੈਂਟਰਾਂ ਦੀ ਅਸਲੀਅਤ ਬਹੁਤ ਡਰਾਉਣੀ ਹੈ। ਨਸ਼ਾ ਛਡਾਊ ਕੇਂਦਰ ਹੀ ਨਸ਼ੇ ਫੈਲਾ ਰਹੇ ਨੇ, ਇਸ ਤੋਂ ਵੱਡੀ ਤਰਾਸਦੀ ਕੀ ਹੋ ਸਕਦੀ ਹੈ। ਨਸ਼ਾ ਛਡਾਊ ਕੇਂਦਰ ਨੇ ਜਿਹੜੇ ਸਰਕਾਰਾਂ ਦੇ ਉਹ ਚਿੱਟਾ ਹਾਥੀ ਸਾਬਿਤ ਹੋ ਰਹੇ ਨੇ ਜ਼ਿਆਦਾਤਰ। ਕੁਛ ਸੈਂਟਰਾਂ ਦੇ ਵਿੱਚੋਂ ਮੁੰਡੇ ਆਉਂਦੇ ਆ ਤੇ ਉਹ ਸੈਂਟਰਾਂ ਦੇ ਮਾਲਕ ਖੁਦ ਹੀ ਜਿਹੜੇ ਨਸ਼ਾ ਕਰਦੇ ਵੀ ਹੁੰਦੇ ਆ, ਔਰ ਜਦੋਂ ਮਤਲਬ ਕਿ ਜਿਹੜੇ ਮੁੰਡੇ ਉੱਥੇ ਰਹਿੰਦੇ ਨੇ, ਜਿਹੜੇ ਉਹਨਾਂ ਦੇ ਵਿੱਚੋਂ ਕੁਛ ਜਿਵੇਂ ਕੰਮ ਕਰਨ ਵਾਸਤੇ ਜਾਂ ਕੁਛ ਨੂੰ ਆਪਣਾ ਉਹ ਮਿੱਤਰ ਬਣਾ ਲੈਂਦੇ ਨੇ ਤੇ ਉਹਨਾਂ ਨੂੰ ਨਾਲ ਰੱਖ ਕੇ ਤੇ ਫਿਰ ਉਹ ਵੀ ਇਕੱਠੇ ਯਾਨੀ ਕਿ ਨਸ਼ਾ ਕਰਦੇ ਆ। ਪੰਜਾਬ ਦੇ ਲੱਖਾਂ ਮੁੰਡੇ ਨਸ਼ੇ ਤੇ ਲੱਗੇ ਹੋਏ ਆ, ਤਾਂ ਨਸ਼ਿਆਂ ਨੂੰ ਮਤਲਬ ਕਿ ਹਟਾਉਣ ਵਾਸਤੇ ਸੈਂਟਰ ਵੀ ਫਿਰ ਧੜਾ ਧੜ ਖੁੱਲੇ ਆ। ਆਮ ਸੈਂਟਰਾਂ 'ਚ ਨਾ ਪਿਆਰ ਨਹੀਂ ਮਿਲਦਾ ਸਾਨੂੰ ਦਰਕਾਰਿਆ ਜਾ, ਜਿਸ ਤਰ੍ਹਾਂ ਸਮਾਜ 'ਚੋਂ ਆਪਾਂ ਮੱਖਣ 'ਚੋਂ ਵਾਲ ਨਹੀਂ ਕੱਢ ਕੇ ਸਿੱਟ ਦਿੰਦੇ, ਇਸ ਤਰ੍ਹਾਂ ਸਾਨੂੰ ਫੀਲ ਹੁੰਦਾ। ਉੱਥੇ ਸਾਨੂੰ ਅਹਿਸਾਸ ਕਰਾਇਆ ਜਾਂਦਾ ਕਿ ਤੁਸੀਂ ਲੋਕ ਨਹੀਂ ਗੇ ਸਮਾਜ ਦੇ ਕਾਬਿਲ। ਉੱਥੇ ਬੰਦੇ ਨੂੰ ਇਦਾਂ ਸਮਝਿਆ ਜਾਂਦਾ ਕਿ ਬੰਦਾ ਇਹ ਨਸ਼ਾ ਕਰਕੇ ਆ ਗਿਆ ਕਿ ਇਹਨੂੰ ਆਪਾਂ ਟੌਰਚਰ ਕਰੀਏ ਕਿ ਇਹ ਫੇਰ ਨਸ਼ਾ ਛੱਡੂਗਾ, ਕਿ ਬੰਦੇ ਨੂੰ ਲਵ ਕੇਅਰ ਕੰਸਰਨ ਨਾਲ ਬੰਦਾ ਨਸ਼ਾ ਛੱਡਦਾ ਵਾ। ਪਰ ਪੰਜਾਬ ਦੇ ਵਿੱਚ ਪੰਥ ਖਾਲਸਾ ਵਰਗੇ ਨਸ਼ਾ ਛਡਾਊ ਕੇਂਦਰ ਵੀ ਨੇ, ਜਿੱਥੇ 99% ਨੌਜਵਾਨ ਦੇਸ਼ਾਂ ਵਿਦੇਸ਼ਾਂ ਤੋਂ ਆਉਂਦੇ ਨੇ, ਆਪਣਾ ਇਲਾਜ ਕਰਵਾ ਕੇ ਠੀਕ ਹੋ ਕੇ ਜਾਂਦੇ ਨੇ। ਲਵ ਕੇਅਰ ਤੇ ਕੰਸਰਨ ਤੇ ਇੱਜ਼ਤ ਦੇ ਨਾਲ ਇੱਥੇ ਇਹਨਾਂ ਨੌਜਵਾਨਾਂ ਦਾ ਇਲਾਜ ਕੀਤਾ ਜਾਂਦਾ ਹੈ, ਕਿਉਂਕਿ ਜਦੋਂ ਕੋਈ ਨਸ਼ੇ ਦੀ ਲੱਤ ਤੁਹਾਨੂੰ ਲੱਗ ਜਾਂਦੀ ਹੈ, ਕੋਈ ਬਿਮਾਰੀ ਲੱਗ ਜਾਂਦੀ ਹੈ, ਤਾਂ ਮਰੀਜ਼ ਦੇ ਲਈ ਸਭ ਤੋਂ ਜ਼ਰੂਰੀ, ਸਭ ਤੋਂ ਅਹਿਮ ਇਲਾਜ ਹੁੰਦਾ ਹੈ ਕਿ ਇੱਜ਼ਤ ਦੇ ਨਾਲ ਉਸ ਦੀ ਦੇਖਭਾਲ ਕੀਤੀ ਜਾਵੇ, ਉਸ ਦੀ ਜਿਹੜੀ ਕੇਅਰ ਕੀਤੀ ਜਾਵੇ, ਤਾਂ ਹੀ ਸਭ ਤੋਂ ਪਹਿਲਾਂ ਜਿਹੜਾ ਮਰੀਜ਼ ਠੀਕ ਹੋਣ ਦੇ ਲਈ ਆਪਣਾ ਮਨ ਬਣਾਉਂਦਾ ਹੈ। ਤੇ ਇਸ ਨਸ਼ਾ ਛਡਾਊ ਕੇਂਦਰ ਦੇ ਵਿੱਚ ਸਭ ਤੋਂ ਅਹਿਮ ਗੱਲ ਮਨ ਦੀ ਖੁਰਾਕ ਦਿੱਤੀ ਜਾਂਦੀ ਹੈ, ਜੋ ਹਰ ਇਨਸਾਨ ਨੂੰ ਧਰਮ ਤੋਂ ਮਿਲਦੀ ਹੈ, ਤੇ ਇੱਥੇ ਗੁਰਬਾਣੀ ਦੇ ਰਾਹੀਂ ਇਹਨਾਂ ਨੂੰ ਮਨ ਦੀ ਖੁਰਾਕ ਦਿੱਤੀ ਜਾਂਦੀ ਹੈ। ਇੱਥੇ ਆਇਆ, ਇੱਥੇ ਵੀ ਮੈਂ 5-4 ਦਿਨ ਤਾਂ ਮੈਂ 2:30 ਵਜੇ ਉੱਠਣਾ, ਉੱਠ ਕੇ ਪਾਠ ਕਰਨ ਲੱਗ ਪੈਣਾ ਨਹਾ ਕੇ, ਤੇ ਫਿਰ ਹੌਲੀ ਹੌਲੀ ਹੁਣ ਮੈਂ ਕੱਲ ਪਰਸੋਂ ਦਾ ਪੂਰੇ ਜਦੋਂ ਇਹ ਟਾਈਮ ਤੇ ਆਉਂਦਾ ਨਾ ਉਦੋਂ ਹੀ ਮੇਰੀ ਜਾਗ ਖੁੱਲ੍ਹਦੀ ਆ। ਉਹੀ ਫਿਰ ਆ ਗਈ ਗੱਲ ਵੀ ਬਾਣੀ ਹਰ ਇੱਕ ਦੁੱਖ ਦੀ ਦਾਰੂ ਹੈ, ਉਹ ਮੈਂ ਮੰਨਦਾ। ਮੇਰੇ 'ਚ ਬਹੁਤ ਚੇਂਜ ਆਇਆ, ਮੈਨੂੰ ਪਾਣੀ ਦੀ ਤਰ੍ਹਾਂ ਸ਼ਾਂਤ ਕੀਤਾ ਬਾਣੀ ਨੇ ਕੀਤਾ, ਹੋਰ ਕੋਈ ਨਹੀਂ ਕਰ ਸਕਦਾ ਇਹ। ਠੀਕ ਹੈ, ਯਾਨੀ ਮਤਲਬ ਚੰਗੀ ਗੱਲ ਹੈ ਕਿ ਤੁਸੀਂ ਸ਼ਾਂਤ ਹੈਗੇ ਹੋ ਹੁਣ। ਜੀ ਬਿਲਕੁਲ। ਸਾਰੇ ਪੱਖ ਦਿਖਾਉਣ ਤੋਂ ਬਾਅਦ ਅਸੀਂ ਜ਼ਰੂਰ ਸਿਆਸਤਦਾਨਾਂ ਤੋਂ ਪੁੱਛਾਂਗੇ, ਜਿਹੜੇ ਕਹਿੰਦੇ ਨੇ ਕਿ ਨਸ਼ਾ ਮੁੱਦਾ ਨਹੀਂ ਹੈ, ਤਾਂ ਫਿਰ ਇੰਨੇ ਨਸ਼ਾ ਛੁਡਾਊ ਕੇਂਦਰ ਤੇ ਉਹਨਾਂ ਦੇ ਵਿੱਚ ਭਰਤੀ ਇਹ ਨੌਜਵਾਨ ਕੀ ਅਸਮਾਨ ਤੋਂ ਡਿੱਗ ਪਏ ਨੇ? ਇਹ ਨਸ਼ਾ ਕਿੱਥੋਂ ਕਰਦੇ ਨੇ ਜੇ ਨਸ਼ਾ ਪੰਜਾਬ ਦੇ ਵਿੱਚ ਮੁੱਦਾ ਹੈ ਨਹੀਂ? ਨੌਜਵਾਨ ਜਾਂ ਫਿਰ ਇਨਸਾਨ ਨਸ਼ੇ ਦੀ ਦਲਦਲ ਦੇ ਵਿੱਚ ਕਿਉਂ ਧਸ ਜਾਂਦਾ ਹੈ? ਇਸ ਬਾਰੇ ਡਾਕਟਰ ਸ਼ਿਆਮ ਸੁੰਦਰ ਦੀਪਤੀ ਉਹ ਕਹਿੰਦੇ ਨੇ ਕਿ ਨਸ਼ਾ ਲੈਣ ਦੇ ਕਾਰਨਾਂ ਵਿੱਚ ਨੌਜਵਾਨਾਂ ਦੀ ਬੇਰੁਜ਼ਗਾਰੀ ਵੀ ਹੈ, ਟੁੱਟੇ ਹੋਏ ਸੁਪਨੇ ਵੀ ਨੇ, ਜਾਂ ਫਿਰ ਭਵਿੱਖ ਨੂੰ ਲੈ ਕੇ ਅਧੂਰੇ ਸੁਪਨੇ। ਪਰ ਕਈ ਥਾਈਂ ਨੌਜਵਾਨਾਂ ਨੂੰ ਫੁਕਰੇਬਾਜ਼ੀ ਵੀ ਲੈ ਬੈਠਦੀ ਹੈ। ਜੇ ਮਾਹੌਲ ਚੰਗਾ ਮਿਲ ਜਾਵੇ ਤਾਂ ਉਹ ਸੁਪਨੇ ਪੂਰੇ ਕਰਨੇ ਵੀ ਜਾਣਦੇ ਨੇ, ਪਰ ਜੇ ਮਾਹੌਲ ਨਾ ਮਿਲੇ ਤਾਂ ਉਹ ਸਵਾਲ ਖੜੇ ਕਰਦੇ ਨੇ। ਜੇ ਸਵਾਲਾਂ ਦਾ ਜਵਾਬ ਨਾ ਮਿਲੇ ਤਾਂ ਮਾੜੇ ਵਹਿਣ ਦੇ ਵਿੱਚ ਵੀ ਵਹਿ ਜਾਂਦੇ ਨੇ, ਇਸ ਦਲਦਲ ਦੇ ਵਿੱਚ ਧਸ ਜਾਂਦੇ ਨੇ ਜਿਨ੍ਹਾਂ ਨੂੰ ਸਾਂਭਣ ਵਾਲਾ ਕੋਈ ਨਹੀਂ ਹੁੰਦਾ। ਨੌਜਵਾਨਾਂ ਦੇ ਸਵਾਲ ਪਰਿਵਾਰਾਂ ਨੂੰ ਤਾਂ ਪਰੇਸ਼ਾਨ ਕਰਦੇ ਨੇ, ਉਸ ਤੋਂ ਵੱਧ ਇਹਨਾਂ ਨੌਜਵਾਨਾਂ ਦੇ ਸਵਾਲ ਸਿਆਸਤਦਾਨਾਂ ਨੂੰ ਵੱਧ ਪਰੇਸ਼ਾਨ ਕਰਦੇ ਨੇ, ਤੇ ਕੋਈ ਵੀ ਸਿਆਸਤਦਾਨ, ਕੋਈ ਵੀ ਪਾਰਟੀ ਸਵਾਲ ਚਾਹੁੰਦੀ ਹੀ ਨਹੀਂ। ਤੇ ਸਵਾਲਾਂ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਉਹਨਾਂ ਨੌਜਵਾਨਾਂ ਨੂੰ ਸਵਾਲ ਕਰਨ ਦੇ ਯੋਗ ਹੀ ਨਾ ਛੱਡਿਆ ਜਾਵੇ, ਤੇ ਨਸ਼ੇ ਇਹ ਕੰਮ ਬਾਖੂਬੀ ਕਰ ਰਹੇ ਨੇ ਪੰਜਾਬ ਦੇ ਵਿੱਚ। ਪਰ ਸਲਾਮ ਹੈ ਕਿਸਾਨਾਂ ਦੇ ਸੰਘਰਸ਼ ਨੂੰ, ਜਿਨ੍ਹਾਂ ਨੇ ਨੌਜਵਾਨਾਂ ਨੂੰ ਮੁੜ ਤੋਂ ਜਗਾਇਆ ਹੈ, ਤੇ ਬਹੁਤ ਸਾਰੇ ਨੌਜਵਾਨ ਸਵਾਲ ਕਰਨ ਦੇ ਯੋਗ ਹੋ ਗਏ ਨੇ।
ਰੁਜ਼ਗਾਰ ਹੈਗਾ ਨਹੀਂ ਤੇ ਜਦੋਂ ਬੱਚਿਆਂ ਨੂੰ ਨਸ਼ੇ ਵਾਸਤੇ ਪੈਸੇ ਨਹੀਂ ਮਿਲਦੇ ਤਾਂ ਉਹ ਬੱਚੇ ਸਾਡਿਆਂ ਘਰਾਂ 'ਚ ਚੋਰੀਆਂ ਕਰਦੇ ਆ, ਚੋਰੀ ਚੀਜ਼ਾਂ ਚੱਕ ਕੇ ਲਿਜਾਲ ਜਾ ਕੇ ਵੇਚਦੇ ਆ। ਤੁਸੀਂ ਇੱਥੇ ਪੁੱਛ ਸਕਦੇ ਹੋ ਸਾਡੀਆਂ ਮਾਵਾਂ ਭੈਣਾਂ ਨੂੰ, ਜੇ ਸਾਡੀਆਂ ਮਾਵਾਂ ਭੈਣਾਂ ਰਾਤ ਨੂੰ ਸਬਜ਼ੀ ਵਾਲੀ ਪਤੀਲੀ ਵੀ ਚੁੱਲ੍ਹੇ ਤੇ ਰੱਖ ਕੇ ਭੁੱਲ ਜਾਣ ਤਾਂ ਤੜਕੇ ਨੂੰ ਉੱਥੋਂ ਪਤੀਲੀ ਵੀ ਜਿਹੜੀ ਉਹ ਨਹੀਂ ਮਿਲਦੀ। ਚਿੱਟੇ ਦਾ ਨਸ਼ਾ ਸਭ ਤੋਂ ਗੰਦਾ ਨਸ਼ਾ, ਜਿਹਦੇ ਵਿੱਚ ਸਰਕਾਰ ਪੂਰੀ ਤਰ੍ਹਾਂ ਇਸ ਨਸ਼ੇ ਨੂੰ ਪ੍ਰਫੁੱਲਤ ਕਰਨ ਵਾਸਤੇ ਸਹਿਮਤ ਆ, ਕਿਉਂਕਿ ਸਰਕਾਰ ਨਹੀਂ ਚਾਹੁੰਦੀ ਕਿ ਚਿੱਟਾ ਬੰਦ ਹੋਵੇ। ਜੇ ਸਰਕਾਰ ਚਾਹਵੇ ਤਾਂ 5 ਮਿੰਟ ਦੇ ਨਸ਼ਾ ਜਿਹੜਾ ਉਹ ਬੰਦ ਹੋ ਸਕਦਾ। ਤੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਦੇ ਵਿੱਚ ਧੱਕਣ ਦਾ ਅਤੇ ਖੁਦਕੁਸ਼ੀਆਂ ਦੇ ਰਾਹੇ ਪਾਉਣ ਦਾ ਜਿਹੜਾ ਇੱਕ ਕਾਰਨ ਉਹ ਸੋਚ ਵੀ ਹੈ ਜੋ ਨੌਜਵਾਨਾਂ ਨੂੰ ਆਪਣੇ ਵਿਰਸੇ ਨਾਲੋਂ, ਆਪਣੇ ਧਰਮ ਦੇ ਨਾਲੋਂ ਤੋੜਦੀ ਹੈ, ਕਿਉਂਕਿ ਇੱਕ ਨਿੱਕਾ ਜਿਹਾ ਨੁਕਸਾਨ ਹੋਣ ਤੇ ਹੀ ਨੌਜਵਾਨ ਨਿਰਾਸ਼ਾ ਦੇ ਆਲਮ ਵਿੱਚ ਧੱਕੇ ਜਾਂਦੇ ਨੇ। ਤੇ ਸੱਚ ਹੈ ਕਿ ਜੇ ਧਰਮ ਦੇ ਨਾਲ ਇਨਸਾਨ ਜੁੜਿਆ ਹੋਵੇ, ਆਪਣੇ ਵਿਰਸੇ ਦੇ ਨਾਲ ਜੁੜਿਆ ਹੋਵੇ, ਇੱਕ ਸੁਪਰੀਮ ਸ਼ਕਤੀ ਨੂੰ ਮਹਿਸੂਸ ਕਰਦਾ ਹੋਵੇ ਤਾਂ ਚੜ੍ਹਦੀ ਕਲਾ ਵਾਲਾ ਮਾਹੌਲ ਜਿਹੜਾ ਬਣਿਆ ਰਹਿੰਦਾ ਹੈ। ਸੋ ਆਪਣੀ ਇਸ ਖਾਸ ਰਿਪੋਰਟ ਦੇ ਵਿੱਚ ਅਸੀਂ ਕੁਝ ਸਵਾਲ ਰੱਖਣ ਲੱਗੇ ਹਾਂ ਲੋਕਾਂ ਦੀ ਕਚਹਿਰੀ ਦੇ ਵਿੱਚ ਅਤੇ ਇਹਨਾਂ ਲੀਡਰਾਂ ਦੀ ਕਚਹਿਰੀ ਦੇ ਵਿੱਚ ਵੀ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਆਖਿਰਕਾਰ ਨਸ਼ੇ ਦਾ ਮੁੱਦਾ ਇਹਨਾਂ ਸਿਆਸੀ ਪਾਰਟੀਆਂ ਦੇ ਮੁੱਦਿਆਂ ਚੋਂ ਗਾਇਬ ਕਿਉਂ ਹੈ? ਕੀ ਮਨਸ਼ਾ ਹੈ? ਕਿਉਂ ਐਤਕੀ ਆਮ ਆਦਮੀ ਪਾਰਟੀ ਦੀ ਜ਼ੁਬਾਨ ਵਿੱਚੋਂ ਨਸ਼ੇ ਦਾ ਮੁੱਦਾ ਗਾਇਬ ਹੈ? ਕੀ ਕੇਜਰੀਵਾਲ ਦੀ ਮਜੀਠੀਆ ਤੋਂ ਮੰਗੀ ਮਾਫੀ ਦਾ ਬੀਜੇਪੀ ਕਨੈਕਸ਼ਨ ਤਾਂ ਨਹੀਂ ਜੁੜਦਾ? ਕੀ ਕਾਂਗਰਸ ਪਾਰਟੀ ਵੀ ਨਸ਼ਾ ਤਸਕਰਾਂ ਦੇ ਨਾਲ ਗੰਢ ਧੁੱਪ ਦੇ ਵਿੱਚ ਹੈ? ਕੀ ਅਕਾਲੀ ਦਲ ਦੇ ਇਲਜ਼ਾਮਾਂ ਵਿੱਚ ਘਿਰੇ ਲੀਡਰ ਨੇ ਨਸ਼ਿਆਂ ਦਾ ਵਪਾਰ ਕਰਕੇ ਆਪਣੀ ਸਲਤਨਤ ਵਧਾਈ ਹੈ? ਕੀ ਇਸ ਦੀ ਕਦੇ ਜਾਂਚ ਹੋ ਸਕੂਗੀ? ਕੀ ਪੰਜਾਬ ਦੇ ਲੋਕਾਂ ਨੂੰ ਰੋਟੀ ਕੱਪੜਾ ਮਕਾਨ ਤੋਂ ਬਿਨਾਂ ਸੁਨਹਿਰਾ ਭਵਿੱਖ ਨਹੀਂ ਚਾਹੀਦਾ? ਕੀ ਉਹਨਾਂ ਦੇ ਬੱਚਿਆਂ ਨੂੰ ਇਸ ਪੱਧਰ ਦੇ ਨਹੀਂ ਬਣਾਇਆ ਜਾਣਾ ਚਾਹੀਦਾ ਕਿ ਉਹ ਰੁਜ਼ਗਾਰ ਹਾਸਲ ਕਰਕੇ ਰੋਟੀ ਕੱਪੜਾ ਮਕਾਨ ਫ੍ਰੀ ਦੀ ਉਹਨਾਂ ਨੂੰ ਲੋੜ ਹੀ ਨਾ ਪਵੇ? ਇਹ ਪੜਚੋਲ ਤੁਸੀਂ ਖੁਦ ਕਰਨੀ ਹੈ, ਗਰਾਊਂਡ ਤੇ ਤੁਸੀਂ ਰਹਿੰਦੇ ਹੋ। ਨਸ਼ਿਆਂ ਦੇ ਮੁੱਦੇ ਤੇ ਸਰਕਾਰਾਂ ਡਿੱਗੀਆਂ ਵੀ ਨੇ, ਬਣੀਆਂ ਵੀ ਨੇ, ਪਰ ਪੰਜਾਬ ਦੇ ਹਾਲਾਤ ਨਹੀਂ ਬਦਲੇ। ਪੰਜਾਬ ਦੇ ਹਾਲਾਤ ਅੱਜ ਵੀ ਉਹੀ ਨੇ ਜੋ ਇਸ ਰਿਪੋਰਟ ਦੇ ਵਿੱਚ ਅਸੀਂ ਤੁਹਾਨੂੰ ਦਿਖਾਇਆ ਹੈ। ਤੇ ਜ਼ਿੰਮੇਵਾਰੀ ਸਿਰਫ ਸਿਆਸਤਦਾਨਾਂ ਜਾਂ ਸਿਆਸੀ ਪਾਰਟੀਆਂ ਤੇ ਨਹੀਂ ਹੈ। ਨਸ਼ੇ ਦਾ ਮੁੱਦਾ ਸਾਨੂੰ ਖੁਦ ਬਣਾਉਣਾ ਪਏਗਾ, ਤੁਹਾਨੂੰ ਪੰਜਾਬੀਆਂ ਨੂੰ ਖੁਦ ਬਣਾਉਣਾ ਪਏਗਾ ਤੇ ਉਸ ਨੂੰ ਹਰ ਹੀਲੇ ਹੱਲ ਵੀ ਕਰਨਾ ਪਊਗਾ। ਤੇ ਇਹ ਵੀ ਯਾਦ ਰੱਖਿਓ ਕਿ ਇਹ ਖਤਰਨਾਕ ਖੇਲ ਹੈ, ਕਿਉਂਕਿ ਤੁਹਾਨੂੰ ਸਿਆਸਤਦਾਨਾਂ ਅਤੇ ਸਮਗਲਰਾਂ ਦਾ ਚੁੱਪ ਚਪੀਤਾ ਗੱਠਜੋੜ ਕਰਨ ਤੇ ਲਈ ਜਾਨ ਤਲੀ ਤੇ ਧਰਨੀ ਪਊਗੀ। ਜੇ ਆਪਣੇ ਪੁੱਤ ਬਚਾਉਣੇ ਨੇ ਤਾਂ ਕੱਲੇ ਮੁੱਦਕੀ ਨਹੀਂ, ਪੰਜਾਬ ਦੇ ਹਰ ਪਿੰਡ ਦੀਆਂ ਬੀਬੀਆਂ ਨੂੰ ਦਿਨ ਰਾਤ ਦੇ ਪਹਿਰੇ ਲਾਉਣੇ ਪੈਣਗੇ। ਪਾਰਟੀ ਕੋਈ ਵੀ ਆਵੇ ਪੰਜਾਬ ਨੂੰ ਬਚਾਉਣ ਲਈ ਨਹੀਂ, ਤੁਹਾਨੂੰ ਲੁੱਟਣ ਲਈ ਹੀ ਆਉਂਦੀ ਹੈ। ਇਹ ਸਾਡੇ ਸਭ ਦੇ ਸਾਹਮਣੇ ਹੈ। ਜਿਨ੍ਹਾਂ ਦੀ ਜਾਇਦਾਦ 1 ਕਰੋੜ ਹੁੰਦੀ ਹੈ ਤਾਂ 5-5 ਸਾਲਾਂ ਦੇ ਵਿੱਚ ਕਿਵੇਂ 80-80 ਕਰੋੜ ਬਣ ਜਾਂਦੀ ਹੈ? ਇਹ ਸਵਾਲ ਪੁੱਛਣੇ ਚਾਹੀਦੇ ਨੇ। ਪਰ ਪੰਜਾਬ ਨੂੰ ਬਚਾਉਣ ਦੇ ਲਈ ਸ਼ਾਇਦ ਕੋਈ ਨਾ ਕੋਈ ਚੰਗਾ ਲੀਡਰ ਤਾਂ ਜ਼ਰੂਰ ਬੌੜੂਗਾ, ਪਰ ਜੇ ਤੁਸੀਂ ਲੀਡਰਾਂ ਨੂੰ ਘੇਰਨ ਦੀ ਹਿੰਮਤ ਰੱਖੋਗੇ ਤਾਂ ਇਹ ਲੀਡਰ ਤੁਹਾਡੇ ਸੇਵਕ ਬਣ ਕੇ ਕੰਮ ਕਰਨਗੇ। ਧੰਨਵਾਦ।